ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਕਬੀਰ ਜਹਾਂ ਗਿਆਨ ਤਹ ਧਰਮ ਹੈ, जहाँ झूठ तह पाप। जहाँ लोभ तह काल है, जहाँ खिमा तह आप। वाहिगुरु साहिब जी। धर्म खंड का एहो धर्म, ज्ञान खंड का आखो कर्म। केते पवन पानी वै संतर, केते कान महेश। केते ब्रह्मे काढ़त घड़ियाँ, रूप रंग के वेश। केतियाँ कर्म भूमि मेर केते, केते तूं उपदेश। केते इंद चंद सूर केते, केते मंडल देश। केते सिद्ध बुद्ध नाथ केते, केते देवी वेश। केते देव दानव मुन केते, केते रतन समुंद। केतियाँ खाणी केतियाँ बाणी, केते पात नरेंद। केतियाँ सुरती सेवक केते, नानक अंत नांत। केतियाँ सुरती सेवक केते, नानक अंत नांत। परम सत्कारयोग श्री गुरु ग्रंथ साहिब जी की पावन पवित्र हजूरी विच ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਕੁਝ ਸਮਾਂ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੇ ਵਿੱਚੋਂ ਲੜੀਵਾਰ 35 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜਿਵੇਂ ਕੱਲ੍ਹ ਦੀ ਦੀਵਾਨਾਂ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਦਰਜ 34 ਨੰਬਰ ਪਾਵਨ ਪੌੜੀ ਦੀ ਵਿਚਾਰ ਸਾਂਝੀ ਕੀਤੀ ਸੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਅੰਦਰ ਪਹਿਲੀ ਅਵਸਥਾ ਧਰਮ ਖੰਡ ਦੇ ਬਾਬਤ ਵਿਚਾਰ ਬਖਸ਼ਿਸ਼ ਕੀਤੇ ਸਨ। ਮਨੁੱਖ ਦੇ ਜੀਵਨ ਦੇ ਅੰਦਰ ਪਹਿਲੀ ਅਵਸਥਾ ਕਿਹੜੀ ਹੈ? ਧਰਮ ਖੰਡ। ਧਰਮ ਖੰਡ ਬਾਰੇ ਅਸੀਂ ਵਿਚਾਰ ਕੀਤੇ ਸਨ ਤੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਧਰਮ ਖੰਡ ਬਾਰੇ ਜੋ ਵਿਚਾਰ ਉਪਦੇਸ਼ ਬਖਸ਼ਿਸ਼ ਕੀਤੇ ਸਨ ਕਿ ਇਹ ਜਿਹੜਾ ਸੰਸਾਰ ਹੈ ਮਾਲਕ ਨੇ, ਪ੍ਰਭੂ ਨੇ ਸਾਜਿਆ ਹੈ, ਜਿਸ ਵਿੱਚ ਅਣਗਿਣਤ ਜੀਵ ਹਨ। ਕਈ ਰੰਗਾਂ ਕਈ ਕਿਸਮਾਂ ਦੇ ਜੀਵ ਮਾਲਕ ਨੇ ਪੈਦਾ ਕੀਤੇ ਹਨ। ਇਹਨਾਂ ਦੇ ਜੀਵਨ ਦੇ ਅੰਦਰ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਹ ਜਿਹੜੀ ਧਰਤੀ ਹੈ ਇਹ ਧਰਮ ਦੇ ਕਮਾਉਣ ਦੀ ਥਾਂ ਹੈ। ਇਹਨਾਂ ਜੀਵਾਂ ਨੇ ਇਸ ਧਰਤੀ ਉੱਤੇ ਰਹਿ ਕੇ ਧਰਮ ਕਮਾਉਣਾ ਹੈ, ਆਪਣੇ ਜੀਵਨ ਦੇ ਫਰਜ਼ ਨੂੰ ਪਹਿਚਾਨਣਾ ਹੈ, ਆਪਣੇ ਜੀਵਨ ਦੇ ਮਨੋਰਥ ਨੂੰ, ਮਕਸਦ ਨੂੰ ਪਹਿਚਾਨਣਾ ਹੈ ਕਿ ਮੈਂ ਸੰਸਾਰ ਅੰਦਰ ਜਨਮ ਲਿਆ, ਇਸ ਧਰਤੀ ਉੱਤੇ ਆਇਆ, ਮੇਰਾ ਫਰਜ਼ ਕੀ ਹੈ।
मैं अपने जीवन अंदर की काम करना है। तो गुरु प्यार वाले पातशाह जी कहते ने मनुखों के ਜਿਹੜੇ ਜੀਵਾਂ ਦੇ ਕਰਮਾਂ ਦੇ ਉੱਤੇ ਹੀ ਜਿਹੜਾ ਨਵੇੜਾ ਹੋਣਾ ਹੈ ਕਿ ਉਹਦਾ ਜੀਵਨ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਕਿ ਨਹੀਂ ਜੁੜਿਆ ਹੋਇਆ ਹੈ। ਧਰਮ ਦਾ ਮਨੁੱਖ ਦੇ ਜੀਵਨ ਅੰਦਰ ਉਦੋਂ ਪਤਾ ਲੱਗਣਾ ਜਦੋਂ ਉਹਦੇ ਕਰਮ ਵੀ ਚੰਗੇ ਹੋਣਗੇ। ਜਦੋਂ ਚੰਗੇ ਕਰਮ ਕਰੇਗਾ ਉਹਦਾ ਜੀਵਨ ਧਰਮੀ ਬਣੇਗਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰਬਾਰ ਵੀ ਸੱਚਾ ਹੈ ਤੇ ਉਹਦਾ ਨਿਆਂ ਵੀ ਸੱਚਾ ਹੈ। ਉਹਦੇ ਨਿਆਂ ਉਹਦੇ ਦਰਬਾਰ ਨੂੰ ਕੋਈ ਵੀ ਕਹਿੰਦੇ ਖਤਮ ਨਹੀਂ ਕਰ ਸਕਦਾ, ਕੋਈ ਵੀ ਉਹਦੇ ਇਨਸਾਫ ਨੂੰ ਖਰੀਦ ਨਹੀਂ ਸਕਦਾ। ਤੇ ਜੀਵਾਂ ਦੇ ਕਰਮਾਂ ਦੇ ਉੱਤੇ ਹੀ ਜਿਹੜਾ ਉਹਦੇ ਜੀਵਨ ਦੀ ਵਿਚਾਰ ਹੋਣੀ ਆ। ਜੇ ਕਰਮ ਚੰਗੇ ਨੇ ਤੇ ਜੀਵਨ ਚੰਗਾ ਸੋਹਣਾ ਬਣੇਗਾ, ਜੇਕਰ ਮਾੜੇ ਨੇ ਤੇ ਜੀਵਨ ਉਹੋ ਜਿਹਾ ਬਣ ਜਾਵੇਗਾ। ਤੇ ਪਾਤਸ਼ਾਹ ਜੀ ਨੇ ਅੱਜ 35 ਨੰਬਰ ਪਾਵਨ ਪੌੜੀ ਵਿੱਚ ਗਿਆਨ ਖੰਡ ਦੀ ਗੱਲ ਕੀਤੀ ਹੈ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਬੱਚਾ ਪਹਿਲੀ ਕਲਾਸ ਵਿੱਚ ਹੁੰਦਾ ਹੈ, ਉਹਨੇ ਪਹਿਲੀ ਕਲਾਸ ਪਾਸ ਕਰ ਲਈ, ਫਿਰ ਉਹ ਦੂਜੀ ਵਿੱਚ ਚਲੇ ਜਾਂਦਾ। ਇਸੇ ਤਰ੍ਹਾਂ ਹੀ ਇਹ ਸਾਡੇ ਜੀਵਨ ਦੀ ਪਹਿਲੀ ਅਵਸਥਾ ਹੈ ਧਰਮ ਖੰਡ। ਪਹਿਲੀ ਅਵਸਥਾ ਦੇ ਵਿੱਚ ਕੀ ਸਮਝਣਾ ਸੀ? ਅਸੀਂ ਫਰਜ਼ ਸਮਝਣਾ ਸੀ ਕਿ ਸੰਸਾਰ ਵਿੱਚ ਆ ਕੇ ਮੇਰਾ ਇੱਥੇ ਫਰਜ਼ ਕੀ ਆ, ਮੇਰੇ ਜੀਵਨ ਦਾ ਮਨੋਰਥ ਕੀ ਹੈ। ਤੇ ਗੁਰੂ ਪਿਆਰ ਵਾਲੀ ਦੂਜੀ ਅਵਸਥਾ ਹੈ ਗਿਆਨ ਖੰਡ ਦੀ। ਫਿਰ ਮਨੁੱਖ ਨੂੰ ਆਪਣੇ ਜੀਵਨ ਦੇ ਮਨੋਰਥ ਬਾਰੇ ਗਿਆਨ ਆਉਂਦਾ ਹੈ, ਸਮਝ ਆਉਂਦੀ ਹੈ। ਤੇ ਫਿਰ ਜਿਹੜਾ ਉਹ ਆਪਣੇ ਜੀਵਨ ਦੇ ਅੰਦਰ ਜਦੋਂ ਉਹਨੂੰ ਗਿਆਨ ਆਉਂਦਾ, ਸਮਝ ਆਉਂਦੀ ਹੈ, ਉਹ ਫਿਰ ਜੀਵਨ ਦੇ ਵਿੱਚ ਉਦਮ ਕਰਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਕੇਵਲ ਗਿਆਨ ਆਉਣ ਦੇ ਨਾਲ ਹੀ ਕੁਝ ਗੱਲ ਨਹੀਂ ਬਣਨੀ। ਜੇ ਤੂੰ ਆਖੇ ਕਿ ਭਾਈ ਮੈਨੂੰ ਗਿਆਨ ਆ ਗਿਆ, ਮੈਨੂੰ ਸਮਝ ਆ ਗਈ ਆ, ਹੁਣ ਇੱਥੇ ਹੀ ਬਸ ਆ, ਪਾਤਸ਼ਾਹ ਜੀ ਕਹਿੰਦੇ ਇੱਥੇ ਹੀ ਬਸ ਨਹੀਂ ਹੋਣਾ। ਉਸ ਗਿਆਨ ਨੂੰ ਜੀਵਨ ਦੇ ਵਿੱਚ ਕਮਾਉਣਾ ਪੈਣਾ ਆ। ਫਿਰ ਤੇਰਾ ਜੀਵਨ ਜਿਹੜਾ ਅਗਾਂਹ ਵਧੇਗਾ, ਫਿਰ ਤੂੰ ਅਗਲੀ ਕਲਾਸ ਦੇ ਵਿੱਚ ਤੇਰੀ ਅਵਸਥਾ ਹੋਰ ਉੱਚੀ ਹੋਵੇਗੀ। ਪਾਤਸ਼ਾਹ ਜੀ ਬਚਨ ਕਰਦੇ ਨੇ ਧਰਮ ਖੰਡ ਕਾ ਇਹੋ ਧਰਮ। ਪਾਤਸ਼ਾਹ ਜੀ ਕਹਿੰਦੇ ਧਰਮ ਖੰਡ ਦਾ ਕਹਿੰਦੇ ਇਹੋ ਹੀ ਕਰਤੱਵ ਆ। ਕਿਹੜਾ? ਜਿਹੜਾ ਪਿਛਾਂ ਦੱਸਿਆ ਗਿਆ, ਜਿਹੜੀ ਪਿਛਲੀ ਪੌੜੀ ਵੀ ਦੱਸਿਆ ਗਿਆ, 34 ਨੰਬਰ ਪੌੜੀ ਵਿੱਚ ਜੋ ਵਿਚਾਰ ਕੀਤੀ ਆ। ਧਰਮ ਖੰਡ ਕਾ ਇਹੋ ਧਰਮ। ਕਿਹੜਾ ਧਰਮ? ਕਰਮੀ ਕਰਮੀ ਹੋਏ ਵਿਚਾਰ, ਕੱਚ ਪਕਾਈ ਉੱਥੇ ਪਾਏ। ਕਹਿੰਦੇ ਜਿੱਥੇ ਧਰਮ ਹੈ ਨਾ ਗੁਰੂ ਪਿਆਰ ਵਾਲੇ, ਉੱਥੇ ਸੱਚ ਹੈ, ਉੱਥੇ ਤੇਰੇ ਨਾਲ ਇਨਸਾਫ ਹੈ, ਉੱਥੇ ਤੇਰੇ ਜੀਵਨ ਦੇ ਚੰਗੇ ਮੰਦੇ ਕਰਮਾਂ ਦਾ ਨਿਬੇੜਾ ਹੋਣਾ ਹੈ। ਇਹੀ ਧਰਮ ਹੈ। ਸੱਚ ਬੋਲਣਾ ਹੀ ਧਰਮ ਹੈ। ਜੀਵਨ ਦਾ ਫਰਜ਼ ਪਹਿਚਾਨਣਾ, ਸੰਸਾਰ ਵਿੱਚ ਰਹਿ ਕੇ ਜੀਵਨ ਦੇ ਅੰਦਰ ਚੰਗੇ ਕੰਮ ਕਰਨੇ, ਇਹੀ ਜਿਹੜਾ ਧਰਮ ਹੈ, ਧਰਮ ਦਾ ਕਰਤੱਵ ਕਹਿੰਦੇ ਇਹੀ ਆ। ਧਰਮ ਖੰਡ ਕਾ ਇਹੋ ਧਰਮ। ਮਾਲਕ ਜੀ ਕਹਿੰਦੇ ਫਰਜ਼ਾਂ ਦੀ ਪਹਿਚਾਣ ਹੋ ਗਈ, ਪਤਾ ਲੱਗ ਗਿਆ। ਪਾਤਸ਼ਾਹ ਜੀ ਕਹਿੰਦੇ ਗਿਆਨ ਖੰਡ ਕਾ ਆਖੋ ਕਰਮ। ਕਹਿੰਦੇ ਹੁਣ ਗਿਆਨ ਖੰਡ ਦੀ ਗੱਲ ਕਰਦੇ ਆ ਕਿ ਗਿਆਨ ਖੰਡ ਦੇ ਵਿੱਚ ਮਨੁੱਖ ਦੇ ਜੀਵਨ ਵਿੱਚ ਕੀ ਬਦਲਾਅ ਆਉਂਦਾ ਆ। ਪਹਿਲਾਂ ਧਰਮ ਕਮਾਇਆ, ਫਰਜ਼ ਪਹਿਚਾਣਿਆ, ਤੇ ਹੁਣ ਜੀਵਨ ਦੇ ਵਿੱਚ ਗਿਆਨ ਆ ਗਿਆ, ਗਿਆਨ ਖੰਡ ਆ ਗਿਆ, ਦੂਜੀ ਅਵਸਥਾ ਵਿੱਚ ਚਲਾ ਗਿਆ। ਸਮਝ ਆ ਗਈ ਕਿ ਮੈਂ ਇਸ ਸੰਸਾਰ ਵਿੱਚ ਜਿੱਥੇ ਆਪਣਾ ਫਰਜ਼ ਪਹਿਚਾਣ ਲਿਆ ਨਾ, ਹੁਣ ਮੈਨੂੰ ਇਹ ਵੀ ਸਮਝ ਆ ਗਈ ਕਿ ਮੈਂ ਆਪਣੇ ਜੀਵਨ ਦੇ ਅੰਦਰ ਕੀ ਕਰਨਾ ਆ। ਮੈਨੂੰ ਸਮਝ ਆ ਗਈ ਆ ਹੁਣ, ਜਿੱਥੇ ਪਹਿਲਾਂ ਜਦੋਂ ਤੱਕ ਗਿਆਨ ਨਹੀਂ ਸੀਗਾ ਉਦੋਂ ਤੱਕ ਦਾ ਸਿਰਫ ਆਪਣੇ ਘਰ ਦੀ ਚਾਰ ਦੀਵਾਰੀ ਤੱਕ ਸੋਚਦਾ ਸੀਗਾ ਕਿ ਭਾਈ ਮੇਰਾ ਹੀ ਪਰਿਵਾਰ ਆ, ਇਕੱਲਾ ਮੇਰਾ ਹੀ ਘਰ ਆ। ਹੁਣ ਜਦੋਂ ਗਿਆਨ ਆ ਗਿਆ ਕਿ ਭਾਈ ਇਸ ਚਾਰ ਦੀਵਾਰੀ ਤੋਂ ਬਾਹਰ ਵੀ ਕੋਈ ਰਹਿ ਰਿਹਾ ਆ। ਪਹਿਲਾਂ ਆਪਣੇ ਸਵਾਰਥ ਵਿੱਚ ਹੀ ਬੱਝਾ ਹੋਇਆ ਸੀ, ਪਹਿਲਾਂ ਆਪਣੇ ਬਾਰੇ ਹੀ ਸੋਚਦਾ ਸੀ। ਪਰ ਜਦੋਂ ਜੀਵਨ ਦੇ ਵਿੱਚ ਧਰਮ ਕਮਾਇਆ, ਫਰਜ਼ ਨੂੰ ਸਮਝਿਆ, ਫਿਰ ਗਿਆਨ ਆਇਆ, ਸਮਝ ਆ ਗਈ ਕਿ ਭਾਈ ਕੇਵਲ ਮੇਰਾ ਹੀ ਪਰਿਵਾਰ ਨਹੀਂ, ਮੇਰੇ ਪਰਿਵਾਰ ਤੋਂ ਬਾਹਰ ਵੀ ਬੜੇ ਪਰਿਵਾਰ ਨੇ, ਬੜਾ ਵੱਡਾ ਪਰਿਵਾਰ ਆ ਜਿਹਨੂੰ ਮਾਲਕ ਅਕਾਲ ਪੁਰਖ ਵਾਹਿਗੁਰੂ ਪਾਲ ਰਿਹਾ ਆ। ਫਿਰ ਉਹਦੇ ਬਾਰੇ ਸਮਝ ਆ ਗਈ। ਫਿਰ ਜੀਵਨ ਦੇ ਅੰਦਰ ਖੁਸ਼ੀ ਦੀ ਲਹਿਰ ਆ ਗਈ, ਜੀਵਨ ਦੇ ਵਿੱਚ ਆਨੰਦ ਆਇਆ। ਜਦੋਂ ਜੀਵਨ ਦੇ ਵਿੱਚ ਗਿਆਨ ਆਉਂਦਾ ਨਾ, ਪਾਤਸ਼ਾਹ ਜੀ ਦਾ ਬਚਨ ਆ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਹੁਣ ਵੇਖੋ ਜਦੋਂ ਹਨੇਰੀ ਆਉਂਦੀ ਆ,
ਹਨੇਰੀ ਦੇ ਨਾਲ ਕਹਿੰਦੇ ਘਾਹ ਫੂਸ ਕੱਖ ਸਭ ਕੁਝ ਉੱਡ ਜਾਂਦਾ ਆ। ਜਿਹੜੇ ਘਰ ਵੀ ਉੱਡ ਜਾਂਦੇ, ਛੱਪੜੀਆਂ ਵੀ ਉੱਡ ਜਾਂਦੀਆਂ ਜਦੋਂ ਹਨੇਰੀਆਂ ਆਉਂਦੀਆਂ ਨੇ, ਸਭ ਕੁਝ ਸਾਫ਼ ਕਰ ਦਿੰਦੀ ਆ। ਗੁਰੂ ਪਿਆਰ ਵਾਲਿਓ, ਜਿਹੜੀ ਇਹ ਬਾਹਰਲੀ ਹਨੇਰੀ ਆਉਂਦੀ ਆ ਇਹ ਤਾਂ ਸਭ ਕੁਝ ਬਰਬਾਦ ਕਰ ਦਿੰਦੀ ਆ, ਸਭ ਕੁਝ ਤੋੜ ਕੇ ਰੱਖ ਦਿੰਦੀ ਆ। ਪਰ ਜਦੋਂ ਮਨੁੱਖ ਦੇ ਜੀਵਨ ਦੇ ਅੰਦਰ ਗਿਆਨ ਦੀ ਹਨੇਰੀ ਆਉਂਦੀ ਆ ਉਦੋਂ ਇਹਦੇ ਜੀਵਨ ਨੂੰ ਆਜ਼ਾਦ ਕਰ ਦਿੰਦੀ ਆ। ਇਹਦਾ ਜੀਵਨ ਬਚ ਜਾਂਦਾ ਆ, ਇਹਦਾ ਜੀਵਨ ਮੁਕਤ ਹੋ ਜਾਂਦਾ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ। ਟਾਟੀ ਦਾ ਅਰਥ ਕੀ ਹੈ? ਛੱਪੜੀ। ਕਹਿੰਦੇ ਜੀਵਨ ਦੇ ਅੰਦਰ ਜਿਹੜੀ ਭਰਮ ਦੀ ਛੱਪੜੀ ਸੀ ਨਾ, ਵਹਿਮਾਂ ਭਰਮਾਂ ਕਰਮ ਕਾਂਡਾਂ ਦੀ ਛੱਪੜੀ ਸੀ, ਰਹਿ ਨਾ ਮਾਇਆ ਬਾਂਦੀ। ਗਿਆਨ ਦੀ ਹਨੇਰੀ ਆਉਣ ਦੇ ਨਾਲ ਮੇਰੇ ਜੀਵਨ ਦੇ ਵਿੱਚੋਂ ਵਹਿਮਾਂ ਭਰਮਾਂ ਦੀ ਕਰਮ ਕਾਂਡਾਂ ਦੀ ਜਿਹੜੀ ਛੱਪੜੀ ਸੀ ਕੰਡੇ ਉੱਡ ਗਈ, ਸਭ ਕੁਝ ਜੀਵਨ ਚੋਂ ਖਤਮ ਹੋ ਗਿਆ। ਕਹਿੰਦੇ ਰਹੇ ਨਾ ਮਾਇਆ ਬਾਂਦੀ। ਕਹਿੰਦੇ ਜਿਹੜਾ ਮੇਰਾ ਜੀਵਨ ਪਹਿਲਾਂ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਬੱਝਿਆ ਹੋਇਆ ਸੀ ਨਾ, ਕਹਿੰਦੇ ਉਹ ਜੀਵਨ ਵੀ ਆਜ਼ਾਦ ਹੋ ਗਿਆ। ਜੀਵਨ ਇਹਨਾਂ ਵਿਕਾਰਾਂ ਤੋਂ, ਜੀਵਨ ਇਹਨਾਂ ਵਹਿਮਾਂ ਭਰਮਾਂ ਤੋਂ ਮੁਕਤ ਹੋ ਗਿਆ, ਕਿਉਂਕਿ ਜੀਵਨ 'ਚ ਗਿਆਨ ਆ ਗਿਆ। ਗੁਰੂ ਪਿਆਰ ਵਾਲੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਗਿਆਨ ਤੇਰੇ ਕੋਲ ਆ ਗਿਆ, ਤੈਨੂੰ ਗਿਆਨ ਹੋ ਗਿਆ, ਸਮਝ ਆ ਗਈ। ਮਾਲਿਕ ਜੀ ਕਹਿੰਦੇ ਇੱਥੇ ਤੱਕ ਬਸ ਨਹੀਂ ਹੋਣਾ, ਅੱਗੇ ਵੀ ਤੈਨੂੰ ਚੱਲਣਾ ਪੈਣਾ। ਗੁਰੂ ਪਿਆਰ ਵਾਲਿਓ, ਹੁਣ ਮਨੁੱਖ ਕੋਲ ਭਾਵੇਂ ਜਿੰਨਾ ਮਰਜ਼ੀ ਗਿਆਨ ਹੋਵੇ, ਸਮਝ ਹੋਵੇ, ਕਿਸੇ ਵੀ ਚੀਜ਼ ਬਾਰੇ ਗਿਆਨ ਹੋਵੇ, ਉਹਨੂੰ ਗਿਆਨ ਆ। ਮੰਨ ਲਓ ਉਹਨੂੰ ਕੰਪਿਊਟਰ ਚਲਾਉਣ ਦਾ ਗਿਆਨ ਆ, ਉਹ ਕੰਪਿਊਟਰ ਚਲਾਉਣ ਦਾ ਗਿਆਨ ਹੈਗਾ ਪਰ ਉਹ ਚਲਾ ਨਹੀਂ ਰਿਹਾ। ਫਿਰ ਗੁਰੂ ਪਿਆਰ ਵਾਲੇ ਉਸ ਗਿਆਨ ਦਾ ਕੀ ਫਾਇਦਾ ਜਿਹਨੂੰ ਵਰਤੇ ਹੀ ਨਾ, ਜਿਹਨੂੰ ਤੂੰ ਜੀਵਨ ਦੇ ਵਿੱਚ ਕਮਾਵੇਂ ਹੀ ਨਾ। ਹੁਣ ਮਨੁੱਖ ਨੂੰ ਸਮਝ ਆ ਜਾਂਦੀ ਕਿ ਭਾਈ ਮੇਰੇ ਘਰ ਤੋਂ ਵੀ ਬਾਹਰ ਸੰਸਾਰ ਹੈ, ਇਸ ਜਗਤ ਵਿੱਚ ਬੜਾ ਕੁਝ ਹੈ। ਹੁਣ ਉਹਨੂੰ ਇਸ ਗੱਲ ਦੀ ਸਮਝ ਆ ਗਈ, ਪਰ ਉਸ ਗਿਆਨ ਨੂੰ ਜੀਵਨ ਵਿੱਚ ਕਮਾ ਨਹੀਂ ਰਿਹਾ। ਹੁਣ ਗਿਆਨ ਖੰਡ ਵਾਲੀ ਅਵਸਥਾ ਪ੍ਰਾਪਤ ਹੋ ਗਈ, ਗਿਆਨ ਆ ਗਿਆ, ਆਪਣੇ ਆਲੇ ਦੁਆਲੇ ਦਾ ਗਿਆਨ ਆ ਗਿਆ, ਇਹ ਸੰਸਾਰ ਦਾ ਗਿਆਨ ਆ ਗਿਆ, ਸਮਝ ਆ ਗਈ। ਪਾਤਸ਼ਾਹ ਜੀ ਬਚਨ ਕਰਦੇ ਨੇ ਕੇਤੇ ਪਵਨ ਪਾਣੀ ਬੈ ਸੰਤਰ। ਗਿਆਨ ਕੀ ਆਇਆ, ਸਮਝ ਕੀ ਆ ਗਈ। ਕਹਿੰਦੇ ਜਦੋਂ ਉਹਨੇ ਆਪਣੇ ਘਰ ਤੋਂ ਉੱਪਰ ਉੱਠ ਕੇ ਵੇਖਿਆ, ਮਾਲਿਕ ਜੀ ਕਹਿੰਦੇ ਉਹਨੂੰ ਪਤਾ ਲੱਗਾ ਕਿ ਕੇਤੇ ਪਵਨ ਪਾਣੀ ਵੈ ਸੰਤਰ। ਇਹ ਸੰਸਾਰ ਵਿੱਚ ਉਸ ਮਾਲਕ ਨੇ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਹਵਾ ਪੈਦਾ ਕੀਤੀਆਂ ਨੇ, ਕਿੰਨੇ ਤਰ੍ਹਾਂ ਦੇ ਪਾਣੀ ਨੇ, ਕਿੰਨੇ ਤਰ੍ਹਾਂ ਦੀਆਂ ਅੱਗਾਂ ਨੇ। ਕੇਤੇ ਕਾਨ ਮਹੇਸ਼। ਮਾਲਿਕ ਜੀ ਕਹਿੰਦੇ ਨੇ ਪਤਾ ਨਹੀਂ ਕਾਨ ਦਾ ਅਰਥ ਹੁੰਦਾ ਕ੍ਰਿਸ਼ਨ, ਕਿ ਕਿੰਨੇ ਤਰ੍ਹਾਂ ਦੇ ਕ੍ਰਿਸ਼ਨ ਨੇ, ਕਿੰਨੇ ਤਰ੍ਹਾਂ ਦੇ ਪਤਾ ਨਹੀਂ ਸ਼ਿਵ ਨੇ, ਜਿਹੜੇ ਉਹ ਮਾਲਕ ਨੇ ਪੈਦਾ ਕੀਤੇ ਹੋਏ ਆ। ਉਹਨੂੰ ਸਮਝ ਆ ਗਈ ਕਿ ਮੈਂ ਕੇਵਲ ਇੱਕ ਵਾਰੀ ਸੋਚਦਾ ਸੀ, ਪਰ ਇੱਥੇ ਤਾਂ ਬੜਾ ਕੁਝ ਚੱਲ ਰਿਹਾ ਆ। ਕੇਤੇ ਬ੍ਰਹਮੇ ਘਾੜਤ ਘੜੀਆਂ। ਕਹਿੰਦੇ ਪਤਾ ਨਹੀਂ ਕਿੰਨੇ ਬ੍ਰਹਮੇ ਮਾਲਕ ਨੇ ਪੈਦਾ ਕੀਤੇ ਹੋਏ ਆ, ਜਿਹੜੇ ਨਵੀਂ ਤੋਂ ਨਵੀਂ ਘਾੜਤ ਕਰ ਰਹੇ ਆ, ਜੀਵ ਪੈਦਾ ਹੋ ਰਹੇ ਨੇ, ਚੱਲ ਰਹੇ ਨੇ। ਰੂਪ ਰੰਗ ਕੇ ਵੇਸ। ਕਹਿੰਦੇ ਕਿ ਜਿਨ੍ਹਾਂ ਦੇ ਕਈ ਰੂਪ ਆ, ਕਈ ਰੰਗ ਆ, ਕਈ ਪਹਿਰਾਵੇ ਆ। ਇਹ ਗਿਆਨ ਖੰਡ ਦੀ ਗੱਲ ਹੋ ਰਹੀ। ਉਹਨੂੰ ਗਿਆਨ ਆ ਗਿਆ, ਸਮਝ ਆ ਗਈ ਕਿ ਇੰਨਾ ਕੁਝ ਸੰਸਾਰ 'ਚ ਚੱਲ ਰਿਹਾ, ਉਸ ਮਾਲਿਕ ਦੀ ਰਚੀ ਹੋਈ ਸ੍ਰਿਸ਼ਟੀ ਵਿੱਚ ਇੰਨਾ ਕੁਝ ਹੈ। ਕੇਤੀਆਂ ਕਰਮ ਭੂਮੀ ਮੇਰ ਕੇਤੇ। ਮਾਲਿਕ ਜੀ ਕਹਿੰਦੇ ਕਰਮ ਭੂਮੀ ਧਰਤੀ, ਪਤਾ ਨਹੀਂ ਕਰਮ ਕਰਨ ਵਾਲੀਆਂ ਧਰਤੀਆਂ ਕਿੰਨੀਆਂ ਨੇ, ਜਿਨ੍ਹਾਂ ਧਰਤੀਆਂ 'ਤੇ ਕਰਮ ਕੀਤਾ ਜਾ ਰਿਹਾ। ਹੁਣ ਸਾਨੂੰ ਤਾਂ ਇੱਕੋ ਹੀ ਧਰਤੀ ਦਿਸਦੀ ਆ, ਪਰ ਪਾਤਸ਼ਾਹ ਜੀ ਕਹਿੰਦੇ ਨੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ। ਮੇਰ, ਮੇਰ ਦਾ ਅਰਥ ਮੇਰ ਪਰਬਤ, ਸੁਮੇਰ ਪਰਬਤ। ਸਭ ਤੋਂ ਵੱਡਾ ਪਰਬਤ ਕਿਹੜਾ ਮੰਨਿਆ ਗਿਆ? ਸੁਮੇਰ ਪਰਬਤ। ਮਾਲਿਕ ਜੀ ਕਹਿੰਦੇ ਪਤਾ ਨਹੀਂ ਕਿੰਨੇ ਕੁ ਪਰਬਤ ਆ। ਕੇਤੇ ਧੂ ਉਪਦੇਸ਼। ਧੂ ਦਾ ਅਰਥ ਹੁੰਦਾ ਆ ਧਰੂ ਭਗਤ, ਕਿ ਧਰੂ ਭਗਤ ਦੇ ਉਪਦੇਸ਼ ਕਰਨ ਵਾਲੇ ਪਤਾ ਨਹੀਂ ਕਿੰਨੇ ਕੁ ਪਏ ਆ ਇਸ ਸੰਸਾਰ ਦੇ ਅੰਦਰ। ਕੇਤੇ ਇੰਦ ਚੰਦ ਸੂਰ ਕੇਤੇ। ਕਹਿੰਦੇ ਪਤਾ ਨਹੀਂ ਕਿੰਨੇ ਕੁ ਦੇਵਤੇ ਆ, ਕਿੰਨੇ ਕੁ ਇੰਦਰ ਆ, ਕਿੰਨੇ ਕੁ ਚੰਦਰਮਾ ਆ, ਕਿੰਨੇ ਕੁ ਸੂਰਜ। ਕੇਤੇ ਮੰਡਲ ਦੇਸ਼। ਕਹਿੰਦੇ ਪਤਾ ਨਹੀਂ ਕਿੰਨੇ ਕੁ ਭਵਨ ਚੱਕਰ ਨੇ, ਕਿੰਨੇ ਕੁ ਭਵਨ ਜਿਹੜੇ ਇਹ ਦੇਸ਼ ਨੇ। ਕੇਤੇ ਸਿੱਧ ਬੁੱਧ ਨਾਥ ਕੇਤੇ। ਹੁਣ ਜਿਵੇਂ ਉਹਨੇ ਆਪਣੇ ਜੀਵਨ ਦੇ ਫਰਜ਼ ਨੂੰ ਪਹਿਚਾਣਿਆ,
ਉਹਨੂੰ ਸਮਝ ਆ ਗਈ, ਗਿਆਨ ਆ ਗਈ ਕਿ ਭਾਈ ਇਹ ਮੇਰਾ ਮਨੁੱਖਾ ਜਨਮ ਕਾਹਦੇ ਵਾਸਤੇ ਲਿਆ, ਮੈਨੂੰ ਕਾਹਦੇ ਵਾਸਤੇ ਪ੍ਰਾਪਤ ਹੋਇਆ। ਜਦੋਂ ਇਹ ਗਿਆਨ ਆ ਗਿਆ, ਉਹ ਪਹਿਲਾਂ ਆਪਣੇ ਪਰਿਵਾਰ ਬਾਰੇ ਸੋਚਦਾ ਸੀ, ਜਦੋਂ ਗਿਆਨ ਆ ਗਿਆ ਉਹ ਸਾਰਿਆਂ ਬਾਰੇ ਸੋਚਣ ਲੱਗਾ। ਪਹਿਲਾਂ ਆਪਣਾ ਸਵਾਰਥ ਪੂਰਾ ਕਰਦਾ ਸੀ, ਪਹਿਲਾਂ ਆਪਣਾ ਸਵਾਰਥ ਕੱਢ ਲੈਂਦਾ ਸੀ। ਹੁਣ ਉਸ ਸਵਾਰਥ ਦੀ ਗੰਢ ਵਿੱਚੋਂ, ਲਾਲਚ ਦੀ ਗੰਢ ਵਿੱਚੋਂ ਨਿਕਲ ਗਿਆ, ਹੁਣ ਸਾਰਿਆਂ ਬਾਰੇ ਸੋਚਣ ਲੱਗਾ ਆ। ਪਹਿਲਾਂ ਉਹਦੇ ਮਨ ਦਾ ਜਿਹੜਾ ਘੇਰਾ ਨਾ ਸਿਰਫ ਪਰਿਵਾਰ ਤੱਕ ਸੀਮਤ ਸੀ, ਹੁਣ ਮਨ ਦਾ ਘੇਰਾ ਗਿਆਨ ਹੋਣ ਕਰਕੇ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਕੇਤੇ ਸਿੱਧ ਬੁੱਧ, ਪਤਾ ਨਹੀਂ ਕਿੰਨੇ ਸਿੱਧ ਲੋਕ ਜਿਹੜੇ ਆਪਣੇ ਆਪ ਵਿੱਚ ਪੁੱਗੇ ਹੋਏ ਨੇ, ਕਿੰਨੇ ਬੁੱਧ ਅਵਤਾਰ ਨੇ, ਕਿੰਨੇ ਨਾਥ ਨੇ, ਕੇਤੇ ਦੇਵੀ ਵੇਸ, ਕਹਿੰਦੇ ਪਤਾ ਨਹੀਂ ਕਿੰਨੇ ਦੇਵੀ ਦੇਵਤਿਆਂ ਦੇ ਪਹਿਰਾਵੇ ਨੇ ਜਿਹੜੇ ਇਸ ਸੰਸਾਰ ਵਿੱਚ ਮਾਲਕ ਨੇ ਜਿਹੜੇ ਪੈਦਾ ਕੀਤੇ ਹੋਏ, ਰਚੀ ਹੋਈ ਸ੍ਰਿਸ਼ਟੀ ਵਿੱਚ ਰਹਿ ਰਹੇ ਨੇ। ਕੇਤੇ ਦੇਵ ਦਾਨਵ, ਕਿੰਨੇ ਦੇਵਤੇ, ਕਈ ਤਰ੍ਹਾਂ ਦੇ ਦਾਨਵ, ਦੈਂਤ, ਰਾਖਸ਼, ਮੁਨ ਕੇਤੇ, ਕਹਿੰਦੇ ਕਈ ਤਰ੍ਹਾਂ ਦੇ ਰਿਸ਼ੀ ਮੁਨੀ। ਕੇਤੇ ਰਤਨ ਸਮੁੰਦ, ਕਹਿੰਦੇ ਪਤਾ ਨਹੀਂ ਕਿੰਨੇ ਕੁ ਰਤਨ ਜਿਹੜੇ ਇਹੋ ਜਿਹੇ ਸਮੁੰਦਰ ਨੇ ਜਿਹੜੇ ਰਤਨਾਂ ਦੇ ਨਾਲ ਭਰੇ ਹੋਏ ਆ, ਕਈ ਤਰ੍ਹਾਂ ਦੇ, ਜਿਹਦਾ ਕੋਈ ਅੰਤ ਨਹੀਂ ਹੈ। ਕੇਤੀਆਂ ਖਾਣੀ, ਕੇਤੀਆਂ ਬਾਣੀ, ਖਾਣੀ ਜਿਹੜੀਆਂ ਚਾਰ ਖਾਣੀਆਂ ਅਸੀਂ ਮੰਨਦੇ ਹਾਂ, ਅੰਡ, ਜੇਰਜ, ਸੇਤਜ, ਉਤਪੁਜ। ਮਾਲਕ ਜੀ ਕਹਿੰਦੇ ਉਹ ਖਾਣੀਆਂ ਪਤਾ ਨਹੀਂ ਕਿੰਨੀਆਂ, ਕਈ ਤਰ੍ਹਾਂ ਦੀਆਂ ਖਾਣੀਆਂ ਨੇ, ਕਈ ਤਰ੍ਹਾਂ ਦੀਆਂ ਬਾਣੀ, ਬਾਣੀ ਦਾ ਬੋਲੀ ਭਾਸ਼ਾਵਾਂ, ਕਈ ਤਰ੍ਹਾਂ ਦੀਆਂ ਭਾਸ਼ਾਵਾਂ ਦੇ ਜੀਵ, ਖਾਣੀਆਂ ਦੇ ਜੀਵ ਵਸਦੇ ਆ। ਕੇਤੇ ਪਾਤ ਨਰਿੰਦ, ਪਾਤ ਪਾਤਸ਼ਾਹ, ਨਰਿੰਦ ਰਾਜੇ, ਕਿੰਨੇ ਤਰ੍ਹਾਂ ਦੇ ਕਹਿੰਦੇ ਰਾਜੇ ਨੇ, ਕਿੰਨੇ ਤਰ੍ਹਾਂ ਦੇ ਪਾਤਸ਼ਾਹ ਆ। ਉਹਨੂੰ ਹੁਣ ਇਸ ਗੱਲ ਦੀ ਸਮਝ ਆ ਗਈ, ਉਹ ਹੁਣ ਹੈਰਾਨ ਹੁੰਦਾ ਆ ਕਿ ਭਾਈ ਮੈਂ ਤਾਂ ਖੂਹ ਦਾ ਡੱਡੂ ਬਣ ਕੇ ਬੈਠਾ ਹੋਇਆ ਸੀ, ਮੈਂ ਸਮਝਦਾ ਸੀ ਕਿ ਭਾਈ ਖੂਹ ਦੇ ਵਿੱਚ ਹੀ ਸਭ ਕੁਝ ਆ। ਜਦੋਂ ਖੂਹ ਦੇ ਵਿੱਚੋਂ ਬਾਹਰ ਨਿਕਲ ਕੇ ਵੇਖਿਆ ਤੇ ਸੰਸਾਰ ਹੀ ਬੜਾ ਵੱਡਾ ਆ, ਇਹ ਦੁਨੀਆ ਹੀ ਬਹੁਤ ਵੱਡੀ ਆ, ਇਹਦੇ ਵਿੱਚ ਪਤਾ ਨਹੀਂ ਕੀ ਕੁਝ ਚੱਲ ਰਿਹਾ, ਕਿੰਨਾ ਮਾਲਕ ਇਸ ਸੰਸਾਰ ਨੂੰ ਚਲਾ ਰਿਹਾ ਆ। ਗੁਰੂ ਪਿਆਰ ਵਾਲਿਓ, ਕੇਵਲ ਗਿਆਨ ਪ੍ਰਾਪਤ ਹੋ ਗਿਆ। ਹੁਣ ਗਿਆਨ ਪ੍ਰਾਪਤ ਹੋਣ ਦੇ ਨਾਲ ਹੀ ਕੁਝ ਨਹੀਂ ਬਣਨਾ। ਪਾਤਸ਼ਾਹ ਜੀ ਸਾਨੂੰ ਅੱਗੇ ਵੀ ਤੁਰਨ ਵਾਸਤੇ ਪ੍ਰੇਰਿਤ ਕਰਦੇ ਨੇ, ਕਹਿੰਦੇ ਇੱਕ ਜਗ੍ਹਾ ਨਾ ਖੜੋ। ਮਾਲਕ ਜੀ ਕਹਿੰਦੇ ਕੇਤੀਆਂ ਸੁਰਤੀ ਸੇਵਕ ਕੇਤੇ, ਕਿੰਨੇ ਤਰ੍ਹਾਂ ਦੀਆਂ ਕਹਿੰਦੇ ਸੁਰਤੀਆਂ ਨੇ, ਕਿੰਨੇ ਤਰ੍ਹਾਂ ਦੇ ਪਤਾ ਨਹੀਂ ਜੀਵ ਧਿਆਨ ਲਾਉਂਦੇ ਨੇ, ਕਿੰਨੇ ਤਰ੍ਹਾਂ ਦੇ ਕਹਿੰਦੇ ਉਹਦੇ ਸੇਵਕ ਨੇ। ਨਾਨਕ ਅੰਤ ਨਾਂਤ, ਕਹਿੰਦੇ ਉਹਦੀ ਰਚੀ ਹੋਈ ਸ੍ਰਿਸ਼ਟੀ ਦਾ ਕਹਿੰਦੇ ਕੋਈ ਵੀ ਮਨੁੱਖ ਅੰਤ ਨਹੀਂ ਪਾ ਸਕਦਾ। ਉਹਨੂੰ ਗਿਆਨ ਆ ਗਿਆ, ਮਨੁੱਖ ਨੂੰ, ਮਨੁੱਖ ਦੇ ਜੀਵਨ ਅੰਦਰ ਦੂਜੀ ਅਵਸਥਾ ਆ ਗਈ ਗਿਆਨ ਖੰਡ ਦੀ। ਉਹ ਗਿਆਨ ਖੰਡ ਦੀ ਅਵਸਥਾ ਵਿੱਚ ਪਹੁੰਚ ਗਿਆ, ਜਿਹਦੇ ਵਿੱਚ ਉਹਨੂੰ ਇੰਨਾ ਕੁਝ ਵੇਖਣ ਨੂੰ ਮਿਲਿਆ ਆ। ਪਰ ਮਾਲਕ ਜੀ ਅਖੀਰ ਵਿੱਚ ਇਹੀ ਕਹਿੰਦੇ ਕਿ ਭਾਈ ਤੂੰ ਸ੍ਰਿਸ਼ਟੀ ਦਾ ਅੰਤ ਨਹੀਂ ਪਾ ਸਕਦਾ, ਤੈਨੂੰ ਗਿਆਨ ਆ ਗਿਆ ਇੰਨਾ ਬਹੁਤ ਹੈ, ਪਰ ਇਹ ਨਾ ਸਮਝੀ ਕਿ ਮੈਨੂੰ ਬੜਾ ਗਿਆਨ ਹੋ ਗਿਆ ਤੇ ਮੈਂ ਉਹਦਾ ਅੰਤ ਵੀ ਪਾ ਲਵਾਂਗਾ। ਆਪਣੇ ਜੀਵਨ 'ਚ ਹਉਮੈ ਨਾ ਪੈਦਾ ਕਰ ਲਈ, ਮੈਂ ਮੇਰੀ ਵਿੱਚ ਨਾ ਫਸ ਜਾਈ। ਮਾਲਕ ਜੀ ਕਹਿੰਦੇ ਨੇ ਗਿਆਨ ਤੈਨੂੰ ਹੋ ਗਿਆ, ਪਰ ਕੇਵਲ ਗਿਆਨ ਹੋਣ ਤੱਕ ਸੀਮਤ ਨਹੀਂ ਹੈ, ਇਹ ਗਿਆਨ ਨੂੰ ਜੀਵਨ ਵਿੱਚ ਕਮਾਉਣਾ ਵੀ ਹੈ। ਗੁਰੂ ਪਿਆਰ ਵਾਲਿਓ, ਹੁਣ ਦੇਖੋ ਧਰਮ ਦਾ ਅਸੀਂ ਕੰਮ ਕਰ ਰਹੇ ਹਾਂ, ਪਰ ਸਾਨੂੰ ਗਿਆਨ ਨਹੀਂ ਹੈਗਾ ਧਰਮ ਬਾਰੇ। ਹੁਣ ਵੇਖੋ ਅਸੀਂ, ਮਾਲਕ ਜੀ ਕਹਿੰਦੇ ਗਿਆਨਹੀਣੰਗ ਅਗਿਆਨ ਪੂਜਾ, ਕਹਿੰਦੇ ਜੀਵਨ 'ਚ ਗਿਆਨ ਨਹੀਂ ਹੈਗਾ ਪਰ ਅਸੀਂ ਪੂਜਾ ਕਰੀ ਜਾ ਰਹੇ ਹਾਂ। ਹੁਣ ਵੇਖੋ ਗੁਰੂ ਪਿਆਰ ਵਾਲਿਓ, ਕਿੰਨੇ ਜਿਹੜੇ ਬੜੇ ਸੰਸਾਰ ਵਿੱਚ ਲੋਕ ਹੋਏ ਨੇ, ਰਿਸ਼ੀ ਮੁਨੀ ਹੋਏ ਨੇ, ਜੋਗੀ ਹੋਏ ਨੇ, ਬੜੇ ਲੋਕ ਸ਼ਰਧਾ ਭਾਵਨਾ ਵਾਲੇ ਲੋਕ ਬੜੇ ਬੈਠੇ ਨੇ, ਜਿਨ੍ਹਾਂ ਵਿੱਚ ਮਨ ਵਿੱਚ ਬੜੀ ਸ਼ਰਧਾ ਆ, ਪਰ ਉਹ ਜਿਹੜੇ ਗਲਤ ਰਸਤੇ ਪੈ ਗਏ। ਕੋਈ ਹਿਮਾਲਿਆ ਪਰਬਤ ਦੀਆਂ ਚੋਟੀਆਂ ਵਿੱਚ ਬੈਠਾ ਹੋਇਆ, ਕੋਈ ਠੰਡਿਆਂ ਪਾਣੀਆਂ ਵਿੱਚ ਬੈਠਾ ਹੋਇਆ, ਕੋਈ ਬਰਫਾਂ ਦੇ ਵਿੱਚ ਜਾ ਕੇ ਬੈਠਾ ਹੋਇਆ, ਕੋਈ ਗੁਫਾਵਾਂ ਵਿੱਚ ਬੈਠਾ ਹੋਇਆ। ਉਹਨਾਂ ਅੰਦਰ ਸ਼ਰਧਾ ਭਾਵਨਾ ਬੜੀ ਕਿ ਅਸੀਂ ਰੱਬ ਨੂੰ ਪੂਜੀਏ, ਰੱਬ ਨੂੰ ਪ੍ਰਾਪਤ ਕਰੀਏ, ਪਰ ਉਹਨਾਂ ਨੂੰ ਗਾਈਡ ਕਰਨ ਵਾਲਾ ਸਹੀ ਨਹੀਂ ਮਿਲਿਆ, ਉਹਨਾਂ ਨੂੰ ਰਸਤਾ ਦੱਸਣ ਵਾਲਾ ਸਹੀ ਨਹੀਂ ਮਿਲਿਆ। ਅਸੀਂ ਪਿਛਾਂ ਪੜ੍ਹ ਕੇ ਆਏ ਨਾ ਕਿ ਸੋਚੈ ਸੋਚ ਨਾ ਹੋਵੀ, ਚੁੱਪੈ ਚੁੱਪ ਨਾ ਹੋਵੀ, ਭੁੱਖਿਆਂ ਭੁੱਖ ਨਾ ਉਤਰੀ। ਅੱਗੇ ਕਹਿੰਦੇ ਆ ਇਹ ਸਾਰੇ ਕੀ ਰਸਤੇ ਸੀਗੇ, ਇਹ ਰਸਤੇ ਲੋਕਾਂ ਵੱਲੋਂ ਦੱਸੇ ਗਏ, ਉਹਨਾਂ ਨੂੰ ਗਲਤ ਰਸਤੇ ਦੱਸੇ ਗਏ। ਭਾਈ ਤੂੰ ਜੇ ਤੂੰ ਸੁਚਮਤਾ ਰੱਖੇਗਾ, ਜੇ ਤੂੰ ਮੌਨ ਧਾਰੇਗਾ, ਜੇ ਤੂੰ ਭੁੱਖਾ ਰਵੇਂਗਾ, ਜੇਕਰ ਤੂੰ ਆਹ ਕਰਮ ਕਾਂਡ ਕਰੇਗਾ ਤੈਨੂੰ ਰੱਬ ਮਿਲ ਜਾਵੇਗਾ। ਇਹ ਸਾਰੇ ਗਲਤ ਰਸਤੇ ਸੀ, ਪਰ ਸਤਿਗੁਰੂ ਜੀ ਕਹਿੰਦੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਹੁਣ ਸਚਿਆਰਾ ਕਿਵੇਂ ਹੋ ਸਕਦਾ?
ਉਹ ਲੋਕ ਸਚਿਆਰਾ ਹੋਣ ਵਾਸਤੇ ਇਹ ਸਾਰੇ ਕਰਮ ਕਾਂਡ ਕਰ ਰਹੇ ਸੀ, ਪਖੰਡ ਕਰ ਰਹੇ ਸੀ। ਜਿਵੇਂ ਅੱਜ ਵੀ ਮਨੁੱਖ ਕਰ ਰਿਹਾ, ਕੋਈ ਧਾਗੇ ਤੇ ਵੀ ਤਵੰਨ ਰਿਹਾ, ਕੋਈ ਕਿਸੇ ਦੀ ਪੂਜਾ ਕਰ ਰਿਹਾ, ਕੋਈ ਦਰਖਤਾਂ ਨੂੰ ਮੱਥੇ ਟੇਕੀ ਜਾ ਰਿਹਾ। ਇਹ ਜਿਹੜੇ ਰਸਤੇ ਗਲਤ ਨੇ, ਪਰ ਅਸਲੀ ਰਸਤਾ ਕਿਸੇ ਸਤਿਗੁਰ ਨੇ ਦੱਸਿਆ ਸੀ ਕਿ ਭਾਈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਪਿਆਰ ਵਾਲਿਓ, ਅਸੀਂ ਧਰਮ ਦਾ ਕੰਮ ਕਰ ਰਹੇ ਹਾਂ, ਪਰ ਸਾਨੂੰ ਗਿਆਨ ਨਹੀਂ ਹੈਗਾ। ਹੁਣ ਅਸੀਂ ਗੁਰਬਾਣੀ ਵੀ ਪੜ੍ਹ ਰਹੇ ਹਾਂ, ਅਖੰਡ ਪਾਠ ਵੀ ਕਰ ਰਹੇ ਹਾਂ, ਅਗਰਬੱਤੀਆਂ ਵੀ ਲਾ ਰਹੇ ਹਾਂ, ਸਭ ਕੁਝ ਕਰੀ ਜਾ ਰਹੇ ਹਾਂ, ਪਰ ਸਾਨੂੰ ਗਿਆਨ ਨਹੀਂ ਹੈਗਾ ਕਿ ਭਾਈ ਇਹ ਕੰਮ ਕਰਨ ਦੇ ਨਾਲ ਸਾਡੇ ਜੀਵਨ 'ਚ ਕੀ ਹੋਣਾ, ਇਹ ਕੰਮ ਕਰਨਾ ਸਾਡੇ ਜੀਵਨ 'ਚ ਫਾਇਦਾ ਕਿ ਨਹੀਂ ਫਾਇਦਾ। ਅਸੀਂ ਅਗਿਆਨੀ ਬਣ ਕੇ ਉਹ ਸਾਰੇ ਕੰਮ ਕਰੀ ਜਾ ਰਹੇ ਹਾਂ। ਪਰ ਗੁਰੂ ਪਿਆਰ ਵਾਲਿਓ, ਮਾਲਿਕ ਜੀ ਕਹਿੰਦੇ ਨੇ ਆ ਵੀ ਅਗਿਆਨਤਾ ਹੈ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਕਹਿੰਦੇ ਧਾਰਮਿਕ ਪੁਸਤਕਾਂ ਪੜ੍ਹਦਾ ਆ ਸੰਧਿਆ ਵੇਲੇ। ਅੱਗੇ ਕਹਿੰਦੇ ਸਿਲ ਪੂਜਸ ਬਗਲ ਸਮਾਦੰ। ਕਹਿੰਦੇ ਪੱਥਰ ਦੀ ਮੂਰਤੀ, ਸਿਲ ਦਾ ਅਰਥ ਹੁੰਦਾ ਪੱਥਰ, ਪੱਥਰ ਦੀ ਮੂਰਤੀ ਪੂਜਾ ਕਰਦਾ ਆ, ਬਗਲੇ ਵਾਂਗ ਸਮਾਧੀ ਲਾਉਂਦਾ ਆ। ਮੁਖ ਝੂਠ ਬੇਭੂਖਣ ਸਾਰੰਗ। ਕਹਿੰਦੇ ਮੁੱਖੋਂ ਝੂਠ ਬੋਲਦਾ ਆ, ਝੂਠ ਲੋਕਾਂ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦਾ ਆ, ਕਹਿੰਦੇ ਜਿਵੇਂ ਸੋਨੇ ਦੇ ਗਹਿਣੇ ਹੁੰਦੇ। ਸੋਨੇ ਦੇ ਗਹਿਣੇ ਵੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ, ਇਸੇ ਤਰ੍ਹਾਂ ਹੀ ਝੂਠ ਵੀ ਲੋਕਾਂ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦਾ ਕਿ ਝੂਠ ਜਿਹੜਾ ਬੜਾ ਸੋਹਣਾ ਲੱਗਦਾ ਲੋਕਾਂ ਨੂੰ। ਪਾਤਸ਼ਾਹ ਕਹਿੰਦੇ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਰ ਵਿਚਾਰੰ। ਤ੍ਰੈਪਾਲ ਗਾਇਤਰੀ ਮੰਤਰ। ਮਾਲਿਕ ਜੀ ਕਹਿੰਦੇ ਗਾਇਤਰੀ ਮੰਤਰ ਦਾ ਤੂੰ ਜਾਪ ਕਰਦਾ ਆ, ਮੂਲ ਮੰਤਰ ਦਾ ਜਾਪ ਕਰਦਾ ਆ। ਪਾਤਸ਼ਾਹ ਜੀ ਕਹਿੰਦੇ ਨੇ ਪਰ ਤੈਨੂੰ ਸਮਝ ਨਹੀਂ, ਗਿਆਨ ਨਹੀਂ ਹੈਗਾ ਕਿ ਇਹਨਾਂ ਦੇ ਨਾਲ ਤੇਰੇ ਜੀਵਨ ਦੇ ਅੰਦਰ ਕੀ ਫਾਇਦਾ ਹੋਵੇਗਾ, ਇਹਨਾਂ ਦੇ ਨਾਲ ਤੇਰੇ ਜੀਵਨ ਅੰਦਰ ਕੀ ਨੁਕਸਾਨ ਹੋਵੇਗਾ। ਮਾਲਿਕ ਕਹਿੰਦੇ ਦੋ ਧੋਤੀ ਵਸਤਰ ਕਪਾਟੰ। ਪਾਤਸ਼ਾਹ ਜੀ ਕਹਿੰਦੇ ਨੇ ਕਹੋ ਨਾਨਕ ਨਿਸ਼ਚੋ ਧਿਆਵੇ। ਮਾਲਿਕ ਜੀ ਕਹਿੰਦੇ ਜੇ ਜਾਣਸ ਬ੍ਰਹਮੰ ਕਰਮੰ। ਕਹਿੰਦੇ ਜੇਕਰ ਤੂੰ ਜਾਣਦਾ ਹੋਵੇ, ਤੈਨੂੰ ਗਿਆਨ ਹੋਵੇ ਕਿ ਭਾਈ ਇਹ ਕਰਮ ਕਰਨ ਦੇ ਨਾਲ ਕੁਝ ਹੁੰਦਾ ਆ। ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਤੈਨੂੰ ਗਿਆਨ ਹੈ, ਸਮਝ ਹੈ, ਪਰ ਮਾਲਿਕ ਜੀ ਕਹਿੰਦੇ ਜੇਕਰ ਤੈਨੂੰ ਗਿਆਨ ਨਹੀਂ ਹੈ, ਇਹ ਸਾਰੇ ਕਰਮ ਜਿਹੜੇ ਸਭ ਫੋਕਟ ਨਿਸ਼ਚੋ ਧਰਮ। ਆ ਜਿੰਨੇ ਵੀ ਧਰਮ ਦੇ ਨਾਂ 'ਤੇ ਕੰਮ ਕਰਦਾ ਸਾਰੇ ਫੋਕਟ ਆ, ਇਹਨਾਂ ਦਾ ਜੀਵਨ ਵਿੱਚ ਕੋਈ ਫਾਇਦਾ ਨਹੀਂ। ਮਾਲਿਕ ਜੀ ਕਹਿੰਦੇ ਕਹੋ ਨਾਨਕ ਨਿਸ਼ਚੋ ਧਿਆਵੇ। ਜਿਹੜੇ ਸ਼ਰਧਾ ਵਿਸ਼ਵਾਸ ਰੱਖ ਕੇ ਉਸ ਮਾਲਕ ਨੂੰ ਧਿਆਉਂਦੇ ਨੇ, ਬਿਨ ਸਤਿਗੁਰ ਬਾਟ ਨਾ ਪਾਵੇ। ਕਹਿੰਦੇ ਗੁਰੂ ਤੋਂ ਗਿਆਨ ਤੋਂ ਬਿਨਾਂ ਤੇਰਾ ਜੀਵਨ ਪਾਰ ਨਹੀਂ ਲੰਘ ਸਕਦਾ। ਗੁਰੂ ਪਿਆਰ ਵਾਲਿਓ, ਅੱਜ ਅਸੀਂ ਧਰਮ ਦਾ ਕੰਮ ਤਾਂ ਬੜਾ ਕਰ ਰਹੇ ਹਾਂ, ਪਰ ਗੁਰੂ ਪਿਆਰ ਵਾਲਿਓ ਕੁਝ ਕਰਮ ਇੱਦਾਂ ਵੀ ਕਰੀ ਜਾ ਰਹੇ ਹਾਂ ਜਿਹਦੇ ਵਿੱਚ ਸਾਨੂੰ ਗਿਆਨ ਨਹੀਂ ਹੈ, ਸਮਝ ਨਹੀਂ ਹੈ। ਗੁਰੂ ਪਿਆਰ ਵਾਲਿਓ, ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਧਰਮ ਦਾ ਮਤਲਬ ਫਰਜ਼ ਆ, ਪਰ ਫਰਜ਼ਾਂ ਦਾ ਗਿਆਨ ਨਹੀਂ ਹੈਗਾ ਕਿ ਉਹਨਾਂ ਫਰਜ਼ਾਂ ਨੂੰ ਨਿਭਾਉਣਾ ਕਿਸ ਤਰ੍ਹਾਂ ਆ। ਹੁਣ ਗਿਆਨ ਪ੍ਰਾਪਤ ਕਰ ਲਿਆ, ਹਰੇਕ ਚੀਜ਼ ਦਾ ਗਿਆਨ ਆ। ਕਿਸੇ ਕੋਲ ਇਲੈਕਟ੍ਰੀਸ਼ੀਅਨ ਦਾ ਗਿਆਨ ਆ, ਕਿਸੇ ਕੋਲ ਕਿਸੇ ਚੀਜ਼ ਦਾ ਗਿਆਨ ਆ, ਕਿਸੇ ਕੋਲ ਡਰਾਈਵਰੀ ਦਾ ਗਿਆਨ ਹੈ। ਭਾਵ ਕਿ ਥਿਊਰੀ ਤਾਂ ਸਾਰੇ ਜਾਣਦੇ ਆ, ਪਰ ਪ੍ਰੈਕਟੀਕਲ ਉਹਨੂੰ ਕਰਨ ਲਈ ਕੋਈ ਵੀ ਤਿਆਰ ਨਹੀਂ। ਸਾਨੂੰ ਵੀ ਗੁਰਬਾਣੀ ਬਾਰੇ ਗਿਆਨ ਹੈ, ਅਸੀਂ ਵੀ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਜੀਵਨ ਦੇ ਵਿੱਚ ਉਦਮ ਨਹੀਂ ਕਰਦੇ ਕਿ ਅਸੀਂ ਉਹਨੂੰ ਜੀਵਨ 'ਚ ਕਮਾ ਲਈਏ। ਕੇਵਲ ਗਿਆਨ ਪ੍ਰਾਪਤ ਹੋਣ ਦੇ ਨਾਲ ਕੁਝ ਨਹੀਂ ਬਣਨਾ। ਪਾਤਸ਼ਾਹ ਜੀ ਨੇ ਤਾਂ ਹੀ ਅੱਗੇ ਜਿਹੜੀ ਸ਼ਰਮ ਖੰਡ ਦੀ ਗੱਲ ਕੀਤੀ ਆ। ਸ਼ਰਮ ਦਾ ਮਤਲਬ ਮਿਹਨਤ, ਉਦਮ, ਕਿ ਭਾਈ ਤੂੰ ਧਰਮ ਖੰਡ ਵਿੱਚ ਆ ਗਿਆ, ਤੈਨੂੰ ਆਪਣੇ ਫਰਜ਼ ਬਾਰੇ ਪਤਾ ਲੱਗ ਗਿਆ, ਤੈਨੂੰ ਫਰਜ਼ ਬਾਰੇ ਗਿਆਨ ਹੋ ਗਿਆ, ਗਿਆਨ ਖੰਡ ਵਿੱਚ ਆ ਗਿਆ। ਹੁਣ ਗਿਆਨ ਖੰਡ ਤੋਂ ਅੱਗੇ ਸ਼ਰਮ ਖੰਡ ਆ। ਇਹ ਜਿਹੜੀਆਂ ਮਨੁੱਖ ਦੇ ਜੀਵਨ ਦੀਆਂ ਅਵਸਥਾਵਾਂ ਆ, ਪਹਿਲਾਂ ਧਰਮ ਖੰਡ ਆ, ਫਿਰ ਗਿਆਨ ਖੰਡ ਆ, ਫਿਰ ਅੱਗੇ ਸ਼ਰਮ ਖੰਡ, ਅੱਗੇ ਜਿਹੜੇ ਖੰਡ ਆ ਜਾਣੇ ਆ। ਇਹ ਮਨੁੱਖ ਦੇ ਜੀਵਨ ਦੀਆਂ ਪੌੜੀਆਂ ਨੇ, ਇਹ ਕਲਾਸਾਂ ਨੇ। ਹੌਲੀ ਹੌਲੀ ਜੇਕਰ ਧਰਮ ਖੰਡ ਵਿੱਚੋਂ ਪਾਸ ਹੋ ਗਿਆ ਨਾ, ਫਿਰ ਤੂੰ ਗਿਆਨ ਖੰਡ ਵਿੱਚ ਜਾਵੇਂਗਾ, ਕਿਉਂਕਿ ਧਰਮ ਖੰਡ ਦਾ ਤੇ ਗਿਆਨ ਖੰਡ ਦਾ ਆਪਸ ਵਿੱਚ ਬੜਾ ਗੂੜਾ ਰਿਸ਼ਤਾ ਆ। ਪਾਤਸ਼ਾਹ ਜੀ ਦੀ ਬਾਣੀ ਆ, ਕਬੀਰ ਜਹਾਂ ਗਿਆਨ ਤਹਿ ਧਰਮ ਹੈ। ਕਹਿੰਦੇ ਜਿੱਥੇ ਗਿਆਨ ਆ ਉੱਥੇ ਧਰਮ ਹੋਵੇਗਾ। ਜਹਾਂ ਝੂਠ ਤਹਿ ਪਾਪ। ਕਹਿੰਦੇ ਜਿੱਥੇ ਝੂਠ ਆ ਉੱਥੇ ਕੀ ਆ, ਪਾਪ ਆ, ਉੱਥੇ ਧਰਮ ਨਹੀਂ ਹੋ ਸਕਦਾ। ਹੁਣ ਜਿੱਥੇ ਧਰਮ ਹੈ, ਜਿੱਥੇ ਗਿਆਨ ਹੈ, ਉੱਥੇ ਧਰਮ ਵੀ ਹੋਵੇਗਾ। ਤੇ ਗੁਰੂ ਪਿਆਰ ਵਾਲੇ ਜਿੱਥੇ ਝੂਠ ਆ ਉੱਥੇ ਪਾਪ ਆ। ਜਹਾਂ ਲੋਭ ਤਹਿ ਕਾਲ ਹੈ। ਕਹਿੰਦੇ ਜਿੱਥੇ ਲੋਭ ਆ, ਲਾਲਚ ਆ, ਉੱਥੇ ਕਾਲ ਆ। ਕਾਲ ਦਾ ਅਰਥ ਕੀ ਆ, ਮੌਤ।
ਉੱਥੇ ਮਨੁੱਖ ਜਿਹੜਾ ਆਤਮਿਕ ਤੌਰ ਉੱਤੇ ਮਰਿਆ ਹੋਇਆ, ਜ਼ਮੀਰ ਕਰਕੇ ਮਰਿਆ ਹੋਇਆ ਆ। ਜਿੱਥੇ ਲੋਭ ਆ, ਲਾਲਚ ਆ, ਉੱਥੇ ਧਰਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਜਹਾਂ ਖਿਮਾ ਤਹਿ ਆਪ, ਪਾਤਸ਼ਾਹ ਕਹਿੰਦੇ ਨੇ ਜਿੱਥੇ ਖਿਮਾ ਆ, ਜਿੱਥੇ ਮਾਫੀ ਆ, ਜਿੱਥੇ ਖਿਮਾ ਆ, ਮਾਲਕ ਜੀ ਕਹਿੰਦੇ ਉੱਥੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਹੁੰਦਾ ਹੈ। ਉੱਥੇ ਪਰਮੇਸ਼ਰ ਜਿਹੜਾ ਆਪ ਮੌਜੂਦ ਆ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਤੇਰੇ ਜੀਵਨ ਦੇ ਅੰਦਰ ਤੈਨੂੰ ਗਿਆਨ ਪ੍ਰਾਪਤ ਹੋ ਗਿਆ, ਪਰ ਗਿਆਨ ਪ੍ਰਾਪਤ ਕਰ ਲਿਆ, ਤੂੰ ਆਪਣੇ ਜੀਵਨ ਨੂੰ ਅੱਗੇ ਲੈ ਕੇ ਨਹੀਂ ਚੱਲ ਰਿਹਾ। ਗੁਰੂ ਪਿਆਰ ਵਾਲਿਓ, ਕਿੰਨਾ ਕੁਝ ਸੰਸਾਰ 'ਚ ਹੋ ਰਿਹਾ, ਕਿੰਨਾ ਕੁਝ ਅਸੀਂ ਕਰ ਰਹੇ ਹਾਂ, ਕਿੰਨੇ ਅਖੰਡ ਪਾਠ, ਕਿੰਨੇ ਸਹਿ ਪਾਠ ਹੋ ਰਿਹਾ, ਸਭ ਕੁਝ ਹੋ ਰਿਹਾ। ਹੁਣ ਸਾਨੂੰ ਇਸ ਗੱਲ ਦਾ ਗਿਆਨ ਆ ਕਿ ਭਾਈ ਇਹ ਸਭ ਕੁਝ ਕਰਨਾ ਚਾਹੀਦਾ ਆ, ਪਰ ਗੁਰੂ ਪਿਆਰ ਵਾਲਿਓ ਉਹ ਗਿਆਨ, ਉਹ ਜਿਹੜੀ ਨਿਰੀ ਸਮਝ ਆਉਣ ਦੇ ਨਾਲ, ਕਿਸੇ ਚੀਜ਼ ਦੀ ਸਮਝ ਆਉਣ ਦੇ ਨਾਲ ਕੇਵਲ ਉੱਥੇ ਤੱਕ ਸੀਮਤ ਨਹੀਂ ਹੈ। ਉਹਨੂੰ ਜੀਵਨ ਦੇ ਵਿੱਚ ਉਹਦੇ ਵਾਸਤੇ ਉਦਮ ਵੀ ਕਰਨਾ ਪੈਣਾ, ਉਹਦੇ ਵਿੱਚ ਚਾਹ ਵੀ, ਮਨ 'ਚ ਉਤਸ਼ਾਹ ਵੀ ਪੈਦਾ ਕਰਨਾ ਪੈਣਾ ਕਿ ਭਾਈ ਮੈਂ ਇਹਨੂੰ ਪ੍ਰਾਪਤ ਕਰਾਂ, ਇਹਨੂੰ ਮੈਂ ਜੀਵਨ ਦੇ ਵਿੱਚ ਕਮਾਵਾਂ। ਫਿਰ ਸਾਡਾ ਜੀਵਨ ਜਿਹੜਾ ਇਹ ਗਿਆਨ ਖੰਡ ਦੇ ਵਿੱਚ ਪ੍ਰਵਾਨ ਹੋਵੇਗਾ, ਫਿਰ ਸਾਡਾ ਜੀਵਨ ਸਫਲਾ ਹੋ ਸਕਦਾ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪਾਤਸ਼ਾਹ ਦੀ ਬਾਣੀ ਹੋਰ ਪੜ੍ਹ ਲਓ, ਗਿਆਨੀ ਗੁਰ ਬਿਨ ਭਗਤ ਨਾ ਹੋਈ। ਕਹਿੰਦੇ ਗੁਰੂ ਦੀ ਸਮਝ ਤੋਂ ਬਿਨਾਂ ਤੂੰ ਮਾਲਕ ਦੀ, ਪਰਮੇਸ਼ਰ ਦੀ ਭਗਤੀ ਨਹੀਂ ਕਰ ਸਕਦਾ। ਜਿੱਥੇ ਸੇਵਰ ਆਪਣੇ ਬਾਰੇ ਸੋਚਦਾ ਸੀ ਕਿ ਮੇਰਾ ਪੁੱਤਰ ਪੜ੍ਹ ਲਿਖ ਜਾਵੇ, ਅਫਸਰ ਲੱਗ ਜਾਵੇ, ਪਰ ਇਹ ਨਹੀਂ ਚਾਹੁੰਦਾ ਸੀ ਕਿ ਭਾਈ ਕਿਸੇ ਹੋਰ ਦਾ ਬੇਟਾ ਵੀ ਅਫਸਰ ਲੱਗ ਜਾਵੇ, ਉਹਦੀ ਵੀ ਚੜ੍ਹਾਈ ਹੋ ਜਾਵੇ, ਉਹ ਵੀ ਕਿਤੇ ਨੌਕਰੀ 'ਤੇ ਲੱਗ ਜਾਵੇ। ਪਰ ਗੁਰੂ ਪਿਆਰ ਵਾਲਿਓ, ਜਿੰਨਾ ਚਿਰ ਗਿਆਨ ਨਹੀਂ ਸੀਗਾ, ਜਿੰਨਾ ਚਿਰ ਸਮਝ ਨਹੀਂ ਸੀਗੀ। ਹੁਣ ਗੁਰੂ ਪਿਆਰ ਵਾਲਿਓ ਜੀਵਨ 'ਚ ਸਮਝ ਆ ਗਈ। ਹੁਣ ਕਹਿੰਦਾ ਕਿ ਸਾਰੇ ਸੰਸਾਰ ਵਿੱਚ, ਸਾਰੀ ਦੁਨੀਆ ਵਿੱਚ ਮੈਨੂੰ ਮਾਲਕ ਨਜ਼ਰ ਆਉਂਦਾ, ਉਸ ਪਰਮਾਤਮਾ ਅਕਾਲ ਪੁਰਖ ਦੀ ਜੋਤ ਸਾਰਿਆਂ ਵਿੱਚ ਹੈ, ਚਾਹੇ ਉਹ ਗੁਆਂਢੀ ਆ, ਚਾਹੇ ਭੈਣ ਭਰਾ ਆ, ਚਾਹੇ ਉਹ ਦੋਸਤ ਮਿੱਤਰ ਆ, ਚਾਹੇ ਉਹ ਕੋਈ ਵੀ ਕਿੱਤੇ ਨਾਲ ਸੰਬੰਧ ਰੱਖਣ ਵਾਲਾ ਬੰਦਾ, ਹਰੇਕ ਦਾ ਹੁਣ ਮੈਂ ਆਦਰ ਕਰਦਾ, ਸਤਿਕਾਰ ਕਰਦਾ, ਕਿਉਂਕਿ ਸਮਝ ਆ ਗਈ ਆ। ਜੀਵਨ 'ਚ ਗਿਆਨ ਆ ਗਿਆ ਕਿ ਭਾਈ ਰੱਬ ਸਾਰਿਆਂ ਵਿੱਚ ਵਸ ਰਿਹਾ। ਹੁਣ ਇਹ ਇੰਨੀ ਸਮਝ ਆ ਗਈ ਕਿ ਰੱਬ ਸਾਰਿਆਂ 'ਚ ਵਸ ਰਿਹਾ, ਪਰ ਇੱਥੋਂ ਤੱਕ ਸੀਮਤ ਨਹੀਂ। ਜੇ ਰੱਬ ਸਾਰਿਆਂ 'ਚ ਵਸ ਰਿਹਾ, ਫਿਰ ਸਾਨੂੰ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਫਿਰ ਸਾਨੂੰ ਉਹਨਾਂ ਦੇ ਨਾਲ ਕੋਈ ਵੀ ਈਰਖਾਬਾਜ਼ੀ ਨਹੀਂ ਕਰਨੀ ਚਾਹੀਦੀ, ਕਿ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਪਾਲਣੀ ਚਾਹੀਦੀ। ਕੇਵਲ ਇਹ ਸਮਝ ਆ ਜਾਣੀ ਕਿ ਭਾਈ ਰੱਬ ਸਾਰਿਆਂ ਵਿੱਚ ਹੈ, ਇੱਥੋਂ ਤੱਕ ਸੀਮਤ ਨਹੀਂ ਹੈ। ਇੱਦਾਂ ਦਾ ਹਰੇਕ ਮਨੁੱਖ ਨੂੰ ਪਤਾ ਕਿ ਭਾਈ ਰੱਬ ਸਾਰੇ ਜਾਣਦੇ, ਭਾਈ ਰੱਬ ਤਾਂ ਹਰੇਕ ਵਿੱਚ ਆ। ਅਸੀਂ ਆਮ ਗੱਲਾਂ ਪਰਿਵਾਰਾਂ ਵਿੱਚ ਕਰਦੇ ਹਾਂ ਕਿ ਉਹ ਪਰਮੇਸ਼ਰ ਦਾ ਵਾਸਾ ਸਾਰਿਆਂ ਵਿੱਚ ਹੈ, ਇਹ ਵੀ ਉਸ ਰੱਬ ਦਾ ਬੰਦਾ ਆ, ਪਰ ਫਿਰ ਵੀ ਅਸੀਂ ਉਹਨਾਂ ਨਫ਼ਰਤ ਕਰਦੇ ਹਾਂ, ਫਿਰ ਵੀ ਅਸੀਂ ਉਹਨਾਂ ਬੇਈਮਾਨੀ ਕਰਦੇ ਹਾਂ, ਫਿਰ ਵੀ ਉਹਨਾਂ ਅਸੀਂ ਕਿਸੇ ਨਾ ਕਿਸੇ ਗੱਲ 'ਤੇ ਜਿਹੜਾ ਕਿ ਈਰਖਾ ਕਰਦੇ ਹਾਂ। ਉਹਦੀਆਂ ਖੁਸ਼ੀਆਂ ਨੂੰ ਵੇਖ ਕੇ ਸਾਡਾ ਜੀਵਨ ਦੁਖੀ ਹੁੰਦਾ ਆ। ਗੁਰੂ ਪਿਆਰ ਵਾਲਿਓ, ਇਹ ਸਮਝ ਲੈਣਾ ਕਿ ਅਜੇ ਤੱਕ ਵੀ ਸਾਡਾ ਮਨ ਜਿਹੜਾ ਇੱਕ ਜਗ੍ਹਾ ਖਲੋਤਾ ਹੋਇਆ, ਸਾਡਾ ਜੀਵਨ ਇੱਕ ਜਗ੍ਹਾ ਖੜਾ ਆ। ਤੇ ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨਾ, ਮਾਲਿਕ ਜੀ ਕਹਿੰਦੇ ਨੇ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਬਨ। ਕਿਸੇ ਮਨੁੱਖ ਨੇ ਦਰਿਆ ਨੂੰ, ਨਦੀ ਨੂੰ ਪੁੱਛਿਆ ਕਿ ਭਾਈ ਤੂੰ ਤਾਂ ਬੜਾ ਹਰਾ ਭਰਾ ਸੀਗਾ, ਤੇਰੇ ਤਾਂ ਆਲੇ ਦੁਆਲੇ ਬੜੇ ਹਰੇ ਭਰੇ ਬੂਟੇ ਸੀਗੇ, ਸੋਨੇ ਦੀ ਤਰ੍ਹਾਂ ਉਹ ਚਮਕ ਦਿੰਦੇ ਸੀਗੇ, ਸੋਨੇ ਦੇ ਰੰਗ ਵਰਗੇ ਸੀਗੇ। ਮਾਲਿਕ ਜੀ ਕਹਿੰਦੇ ਨੇ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਬਨ। ਮਾਲਿਕ ਜੀ ਕਹਿੰਦੇ, ਕਹਿ ਦੁਖੜੇ ਸੜਿਓਏ। ਪਾਤਸ਼ਾਹ ਜੀ ਕਹਿੰਦੇ, ਕੀ ਗੱਲ ਹੋ ਗਈ, ਕੀ ਗੱਲ ਹੋ ਗਈ ਕਿ ਤੇਰਾ ਜਿਹੜਾ ਪਾਣੀ ਵੀ ਸੁੱਕ ਗਿਆ, ਤੇਰੇ ਆਲੇ ਦੁਆਲੇ ਬੂਟੇ ਜਿਹੜੇ ਸੀਗੇ ਉਹ ਵੀ ਸੁੱਕ ਗਏ, ਇਹ ਚਮਕ ਕਿੱਥੇ ਚਲੇ ਗਈ? ਤੇ ਉਹ ਜਿਹੜੀ ਨਦੀ ਆਖਦੀ ਆ ਕਿ ਜਦੋਂ ਮੈਂ ਆਪਣੇ ਮੂਲ ਦੇ ਨਾਲੋਂ, ਆਪਣੇ ਵਜੂਦ ਨਾਲ ਟੁੱਟ ਗਈ, ਜਦੋਂ ਮੇਰਾ ਨਾਤਾ ਸਮੁੰਦਰ ਦੇ ਨਾਲ ਟੁੱਟ ਗਿਆ, ਜਦੋਂ ਮੇਰਾ ਨਾਤਾ ਦਰਿਆ ਨਾਲ ਟੁੱਟ ਗਿਆ, ਤੇ ਉਹ ਸਰੋਵਰ ਕਹਿੰਦਾ, ਉਹ ਨਦੀ ਕਹਿੰਦੀ ਆ, ਉਸ ਦਿਨ ਤੋਂ ਹੀ ਮੇਰੇ ਅੰਦਰ ਪਾਣੀ ਆਉਣਾ ਵੀ ਬੰਦ ਹੋ ਗਿਆ, ਮੇਰੇ ਆਲੇ ਦੁਆਲੇ ਜਿਹੜੇ ਹਰੇ ਭਰੇ ਰੁੱਖ ਸੀਗੇ ਉਹ ਵੀ ਜਿਹੜੇ ਸੁੱਕ ਗਏ। ਭਾਵ ਕਿ ਜਦੋਂ ਮਨੁੱਖ ਵਜੂਦ ਨਾਲ ਟੁੱਟ ਜਾਵੇ, ਉਸ ਮੂਲ ਅਕਾਲ ਪੁਰਖ ਵਾਹਿਗੁਰੂ ਨਾਲ ਟੁੱਟ ਜਾਵੇ, ਫਿਰ ਉਹਦਾ ਜੀਵਨ ਖੜ ਜਾਂਦਾ ਹੈ, ਜੀਵਨ ਖਲੋ ਜਾਂਦਾ ਹੈ। ਤੇ ਗੁਰੂ ਪਿਆਰ ਵਾਲਿਓ, ਜਿਹੜਾ ਪਾਣੀ ਚੱਲਦਾ ਰਹੇ ਲਗਾਤਾਰ, ਉਹ ਸਾਫ਼ ਹੁੰਦਾ ਹੈ, ਉੱਥੋਂ ਮਨੁੱਖ ਪਾਣੀ ਵੀ ਪੀ ਲੈਂਦਾ ਆ। ਪਰ ਜਿਹੜਾ ਪਾਣੀ ਖੜ ਜਾਵੇ, ਗੁਰੂ ਪਿਆਰ ਵਾਲਿਓ, ਉਹ ਬਦਬੂ ਮਾਰਨ ਲੱਗ ਪੈਂਦਾ ਹੈ। ਜੇਕਰ ਸਾਡਾ ਜੀਵਨ, ਸਾਨੂੰ ਜੀਵਨ ਦੇ ਅੰਦਰ ਧਰਮ ਖੰਡ ਆਇਆ, ਸਾਨੂੰ ਧਰਮ ਬਾਰੇ, ਭਾਵ ਕਿ ਫਰਜ਼ ਬਾਰੇ ਪਤਾ ਲੱਗਾ
ਮੇਰੇ ਜੀਵਨ ਦਾ ਸੰਸਾਰ ਵਿੱਚ ਆਉਣ ਦਾ ਫਰਜ਼ ਕੀ ਹੈ। ਜਦੋਂ ਗਿਆਨ ਆ ਗਿਆ ਮੈਂ ਕਾਹਦੇ ਵਾਸਤੇ ਸੰਸਾਰ ਵਿੱਚ ਆਇਆ, ਮੈਂ ਕੀ ਕਰਨਾ ਸੰਸਾਰ ਵਿੱਚ ਆ ਕੇ, ਗਿਆਨ ਆ ਗਿਆ ਕਿ ਭਾਈ ਮੇਰੇ ਜੀਵਨ ਦਾ ਮਨੋਰਥ ਕੀ ਆ, ਸੰਸਾਰ ਵਿੱਚ ਆ ਕੇ ਧਰਮ ਕਮਾਉਣਾ, ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ, ਚੰਗੇ ਕੰਮ ਕਰਨੇ, ਇਹ ਗਿਆਨ ਆ ਗਿਆ। ਪਰ ਗੁਰੂ ਪਿਆਰ ਵਾਲਿਓ ਪਾਤਸ਼ਾਹ ਜੀ ਕਹਿੰਦੇ ਅੱਗੇ ਵੀ ਜੀਵਨ 'ਚ ਵਧਣਾ ਆ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਕਹਿੰਦੇ ਖੂਹ ਦਾ ਡੱਡੂ ਬਣ ਕੇ ਬੈਠਾ ਹੋਇਆ ਤੇ ਇਹ ਸਮਝਦਾ ਕਿ ਭਾਈ ਕਿ ਸ਼ਾਇਦ ਖੂਹ ਤੋਂ ਬਾਹਰ ਕੁਝ ਵੀ ਨਹੀਂ ਹੈ, ਜਿਹੜੀ ਦੁਨੀਆ ਉਹ ਸਿਰਫ ਖੂਹ ਦੇ ਵਿੱਚ ਹੀ ਆ। ਗੁਰੂ ਪਿਆਰ ਵਾਲਿਓ ਕੇਵਲ ਇੱਥੋਂ ਤੱਕ ਸੀਮਤ ਨਾ ਰਹੀਏ ਕਿ ਭਾਈ ਕੇਵਲ ਗੁਰੂ ਘਰ ਆ ਗਏ, ਨਮਸਕਾਰ ਕਰ ਲਈ, ਪਰਿਕਰਮਾ ਕਰ ਲਈ, ਮੱਥਾ ਟੇਕ ਲਿਆ, ਬਾਣੀ ਸੁਣ ਲਈ, ਬਸ। ਇਹ ਤੋਂ ਅਗਾਂਹ ਵੀ ਵਧਣਾ, ਅਸੀਂ ਇਹ ਤੋਂ ਅੱਗੇ ਵੀ ਚੱਲਣਾ ਆ। ਜੀਵਨ 'ਚ ਅੱਗੇ ਵੀ ਜਿਹੜਾ ਅਸੀਂ ਸ਼ਰਮ ਖੰਡ ਵਿੱਚ ਵੀ ਜਾਣਾ ਆ। ਜੀਵਨ 'ਚ ਉਦਮ ਵੀ ਕਰਨਾ ਆ, ਮਿਹਨਤ ਵੀ ਕਰਨੀ ਪੈਣੀ ਆ, ਉੱਤੇ ਚੱਲਣਾ ਵੀ ਪੈਣਾ ਆ। ਫਿਰ ਸਾਡੇ ਜੀਵਨ ਦੇ ਅੰਦਰ ਇਹ ਜਿਹੜਾ ਸਾਨੂੰ ਗਿਆਨ ਪ੍ਰਾਪਤ ਹੋਇਆ ਇਹ ਫਿਰ ਜੀਵਨ ਦੇ ਵਿੱਚ ਕਮਾਵਾਂਗੇ। ਗੁਰੂ ਪਿਆਰ ਵਾਲਿਓ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੜੇ ਜਿਹੜੇ ਆਪਣੇ ਆਪ ਨੂੰ ਵੱਡੇ, ਜਿਹੜਾ ਬ੍ਰਹਮਦਾਸ ਸੀਗਾ ਉਹ ਬੜਾ ਆਪਣੇ ਆਪ ਨੂੰ ਸਮਝਦਾ ਕਿ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਆ, ਮੈਂ ਬਹੁਤ ਧਾਰਮਿਕ ਪੁਸਤਕਾਂ ਜਾਣਦਾ ਆ। ਪਰ ਗੁਰੂ ਪਿਆਰ ਵਾਲਿਓ ਉਹਦੇ ਜੀਵਨ ਦੇ ਅੰਦਰ ਹੰਕਾਰ ਸੀ, ਮੈਂ ਮੇਰੀ ਸੀ। ਬੜੀਆਂ ਕਿਤਾਬਾਂ ਆਪਣੇ ਇੱਕ ਖੋਤੇ ਉੱਤੇ ਕਿਤਾਬਾਂ ਲੱਦੀਆਂ ਫਿਰਦਾ ਸੀਗਾ, ਬੜਾ ਕੁਝ ਨਾਲ ਚੱਕੀ ਫਿਰਦਾ ਸੀਗਾ। ਪਾਤਸ਼ਾਹ ਜੀ ਨੂੰ ਵਿਚਾਰ ਚਰਚਾ ਕਰਨ ਵਾਸਤੇ ਬੁਲਾਉਂਦਾ ਸੀਗਾ। ਪਰ ਗੁਰੂ ਪਿਆਰ ਵਾਲਿਓ ਉਹਦਾ ਜੀਵਨ ਵੀ ਹੰਕਾਰ ਦੇ ਨਾਲ, ਮਾਲਿਕ ਜੀ ਕਹਿੰਦੇ ਨੇ ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਕਹਿੰਦੇ ਜਿੰਨਾ ਤੂੰ ਲਿਖ ਪੜ੍ਹਦਾ ਆ, ਵਿਚਾਰਦਾ, ਉਹਨਾਂ ਤੂੰ ਕੜੀ ਜਾ ਰਿਹਾ, ਉਹਨਾਂ ਤੂੰ ਹੰਕਾਰੀ ਹੋਈ ਜਾ ਰਿਹਾ, ਉਹਨਾਂ ਤੂੰ ਲੋਭੀ ਹੋਈ ਜਾ ਰਿਹਾ। ਪੜ੍ਹਿਆ ਮੂਰਖ ਆਖੀਏ। ਹੁਣ ਤੇਰੇ ਜੀਵਨ ਅੰਦਰ ਗਿਆਨ ਹੈਗਾ, ਤੂੰ ਪੜ੍ਹਿਆ ਆ, ਪਰ ਫਿਰ ਜੇਕਰ ਗਿਆਨ ਹੈ, ਪੜ੍ਹਿਆ ਆ, ਪਰ ਫਿਰ ਵੀ ਲੱਭ ਲੋਭ ਹੰਕਾਰ, ਫਿਰ ਵੀ ਤੇਰਾ ਜੀਵਨ ਲਾਲਚ ਨਾਲ ਭਰਿਆ ਹੋਇਆ, ਫਿਰ ਵੀ ਲੋਭ ਆ ਤੇਰੇ ਜੀਵਨ 'ਚ, ਹੰਕਾਰ ਆ। ਤੇ ਗੁਰੂ ਪਿਆਰ ਵਾਲਿਓ ਕਿਸੇ ਭੈਣ ਨੂੰ, ਕਿਸੇ ਵੀਰ ਨੂੰ ਕਿਸੇ ਚੀਜ਼ ਦਾ ਗਿਆਨ ਹੈ, ਉੱਥੋਂ ਤੱਕ ਸੀਮਤ ਨਹੀਂ, ਉਹਨੂੰ ਜੀਵਨ ਦੇ ਵਿੱਚ ਵਰਤੀਏ, ਕਮਾਈਏ, ਫਿਰ ਉਹਦੇ ਵਾਸਤੇ ਉਦਮ ਕਰੀਏ, ਮਿਹਨਤ ਕਰੀਏ, ਫਿਰ ਜੀਵਨ ਦੇ ਵਿੱਚ ਗਿਆਨ ਖੰਡ ਦਾ ਜਿਹੜਾ ਫਾਇਦਾ ਹੈ, ਫਿਰ ਸਾਡਾ ਜੀਵਨ ਜਿਹੜਾ ਅਗਾਂਹ ਵਧੇਗਾ। ਨਹੀਂ ਤਾਂ ਸਾਡਾ ਜੀਵਨ ਇੱਕੋ ਜਗ੍ਹਾ ਖਲੋਤਾ ਰਹੇਗਾ। ਪਾਤਸ਼ਾਹ ਜੀ ਕਿਰਪਾ ਕਰਨ, ਕੱਲ੍ਹ ਦੇ ਦੀਵਾਨਾਂ ਵਿੱਚ ਜਿਹੜਾ ਕਿ ਅਸੀਂ ਸ਼ਰਮ ਖੰਡ ਦੀ ਵਿਚਾਰ ਕਰਾਂਗੇ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਜੀਵਨ ਵਿੱਚ ਪਹਿਲੀ ਅਵਸਥਾ ਧਰਮ ਖੰਡ ਦੀ ਆ, ਦੂਜੀ ਗਿਆਨ ਖੰਡ ਦੀ ਹੈ, ਤੇ ਤੀਜੀ ਜਿਹੜੀ ਸ਼ਰਮ ਖੰਡ, ਮਿਹਨਤ ਉਦਮ, ਜੀਵਨ ਦੇ ਵਿੱਚ ਮਿਹਨਤ ਕਰਨੀ, ਜਿਹੜਾ ਗਿਆਨ ਪ੍ਰਾਪਤ ਹੋਇਆ ਉਹਨੂੰ ਜੀਵਨ ਦੇ ਵਿੱਚ ਕਮਾਉਣਾ। ਮਾਲਿਕ ਜੀ ਕਿਰਪਾ ਰਹਿਮਤ ਕਰਨ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ। ਆਓ ਫਤਿਹ ਨਾਲ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।